Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 161ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਗੌੜੀ ਮਹਿਲਾ ਤੀਜਾ ਗੁਆਰਰੀ। ਸੱਚਾ ਅਮਰ ਸੱਚਾ ਪਾਤਸ਼ਾਹੋ, ਮਨ ਸਾਚਾ ਰਾਤੇ ਹਰ ਬੇਪਰਵਾਹੋ। ਸੱਚੇ ਮਹਿਲ ਸੱਚ ਨਾਮ ਸਮਾਹੋ। ਕਹਿੰਦੇ ਉਹ ਪ੍ਰਮਾਤਮਾ ਆਪ ਵੀ ਸੱਚਾ ਹੈ, ਇੱਕ ਸੱਚਾ ਪਾਤਸ਼ਾਹ ਹੈ, ਬਾਦਸ਼ਾਹ ਹੈ, ਤੇ ਉਹਦਾ ਹੁਕਮ ਵੀ ਸੱਚਾ ਹੈ। ਅਮਰ ਸ਼ਬਦ ਤੋਂ ਇੱਥੇ ਅਰਥ ਹੈ ਹੁਕਮ। ਸੱਚਾ ਅਮਰ ਸੱਚਾ ਪਾਤਸ਼ਾਹੋ, ਮਨ ਸਾਚਾ ਰਾਤੇ ਹਰ ਬੇਪਰਵਾਹੋ। ਜਿਨ੍ਹਾਂ ਮਨੁੱਖਾਂ ਦੇ ਮਨ ਉਸ ਬੇਪਰਵਾਹ ਤੇ ਸੱਚੇ ਹਰੀ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ, ਉਹਦੇ ਨਾਮ ਰੰਗ ਦੇ ਵਿੱਚ ਰੰਗੇ ਹੋਏ ਨੇ। ਸੱਚਾ ਮਹਿਲ ਸੱਚ ਨਾਮ ਸਮਾਹੋ। ਉਹ ਮਨੁੱਖ ਉਸ ਸੱਚੇ ਦੇ ਮਹਿਲਾਂ ਦੇ ਵਿੱਚ ਹਜ਼ੂਰੀ ਪ੍ਰਾਪਤ ਕਰ ਲੈਂਦੇ ਨੇ ਤੇ ਉਹਦੇ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ। ਸੁਣ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪੋ ਭਵਜਲ ਉਤਰੋ ਪਾਰ। ਰਹਾਓ। ਕਹਿੰਦੇ ਹੇ ਮੇਰੇ ਮਨ, ਮੇਰੀ ਗੱਲ ਸੁਣ, ਗੁਰੂ ਦੇ ਸ਼ਬਦਾਂ ਨੂੰ ਵਿਚਾਰ, ਉਹਨਾਂ ਨੂੰ ਆਪਣੇ ਵਿਚਾਰ ਮੰਡਲ ਦੇ ਵਿੱਚ ਜਗ੍ਹਾ ਦੇ। ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਅਮਲ ਕਰਿਆ ਕਰ। ਪ੍ਰਮਾਤਮਾ ਦਾ ਨਾਮ ਜਪਿਆ ਕਰ, ਰਾਮ ਜਪੋ, ਕਿਉਂਕਿ ਅਜਿਹਾ ਕਰਨ ਨਾਲ ਭਵਜਲ ਉਤਰੋ ਪਾਰ। ਜੋ ਸੰਸਾਰ ਸਮੁੰਦਰ ਹੈ ਉਹ ਤੂੰ ਸੌਖਿਆਂ ਤਰ ਲਵੇਂਗਾ। ਇਹ ਸੰਸਾਰ ਸਮੁੰਦਰ ਹੈ ਕੀ? ਇਸ ਦੀ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਪਰ ਮੋਟੇ ਜਿਹੇ ਤੌਰ 'ਤੇ ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮਨ ਦੇ ਵਿੱਚ ਉਤਾਰ ਚੜ੍ਹਾਅ ਵੇਖਦੇ ਰਹਿੰਦੇ ਹਾਂ, ਕਦੇ ਖੁਸ਼ ਹੋ ਗਏ, ਕਦੇ ਦੁਖੀ ਹੋ ਗਏ, ਕਦੇ ਗੁੱਸੇ ਹੋ ਗਏ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਣਾ ਹੀ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਲੈਣਾ ਹੈ। ਤੇ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਤਾਂ ਹੌਲੀ ਹੌਲੀ ਕਰਕੇ ਸਾਡਾ ਮਨ ਉਸ ਸਹਿਜ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਜੋ ਇਸ ਸੰਸਾਰ ਸਮੁੰਦਰ ਤੋਂ ਉੱਪਰ ਹੈ। ਭਰਮੇ ਆਵੈ ਭਰਮੇ ਜਾਏ, ਇਹ ਜਗ ਜਨਮਿਆ ਦੂਜੈ ਭਾਈ। ਮਨਮੁਖ ਨਾ ਚੇਤੈ ਆਵੈ ਜਾਏ। ਕਹਿੰਦੇ ਜੋ ਮਨੁੱਖ ਹੈ ਉਹ ਭਰਮਾਂ ਦੇ ਵਿੱਚ ਫਸਿਆ ਹੋਇਆ ਹੀ ਜਨਮ ਲੈਂਦਾ ਹੈ ਤੇ ਭਰਮਾਂ ਦੇ ਵਿੱਚ ਫਸਿਆ ਹੋਇਆ ਹੀ ਇਸ ਜਗਤ ਤੋਂ ਚਲਿਆ ਜਾਂਦਾ ਹੈ। ਭਰਮੇ ਆਵੈ ਭਰਮੇ ਜਾਏ, ਇਹ ਜਗ ਜਨਮਿਆ ਦੂਜੈ ਭਾਈ। ਇਹ ਜੋ ਜਗ ਹੈ, ਇਹ ਜੋ ਸੰਸਾਰ ਹੈ, ਦੂਜੇ ਭਾਏ ਦੇ ਵਿੱਚ ਲੱਗਿਆ ਹੋਇਆ ਹੈ, ਹੋਰ ਕਿਸੇ ਦੇ ਮੋਹ ਦੇ ਵਿੱਚ ਲੱਗਿਆ ਹੋਇਆ ਹੈ। ਉਸ ਪ੍ਰਮਾਤਮਾ ਨੂੰ ਛੱਡ ਕੇ, ਸਿਰਫ ਉਸ ਪ੍ਰਮਾਤਮਾ ਦੇ ਨਾਲ ਇਹਦਾ ਪਿਆਰ ਨਹੀਂ ਹੈ, ਉਹਨੂੰ ਛੱਡ ਕੇ ਬਾਕੀ ਸਾਰੀਆਂ ਹੀ ਚੀਜ਼ਾਂ ਦੇ ਨਾਲ, ਸਾਰੀਆਂ ਹੀ ਸ਼ੈਆਂ ਦੇ ਨਾਲ ਇਹਦਾ ਬਹੁਤ ਮੋਹ ਹੈ। ਜੋ ਮਨਮੁਖ ਹੈ ਉਹਨੂੰ ਉਹ ਪ੍ਰਮਾਤਮਾ ਚੇਤੇ ਦੇ ਵਿੱਚ ਨਹੀਂ ਆਉਂਦਾ ਤੇ ਇਸ ਤਰ੍ਹਾਂ ਉਹ ਆਉਂਦਾ ਜਾਂਦਾ ਰਹਿੰਦਾ ਹੈ, ਜਨਮਦਾ ਮਰਦਾ ਰਹਿੰਦਾ ਹੈ। ਆਪਣੇ ਇੱਕ ਜਨਮ ਦੇ ਵਿੱਚ ਹੀ ਉਹ ਅਨੇਕਾਂ ਵਾਰ ਜਨਮਦਾ ਹੈ ਤੇ ਅਨੇਕਾਂ ਵਾਰ ਮਰਦਾ ਹੈ। ਇਹ ਜਨਮ ਮਰਨ ਹੈ ਕੀ? ਇਹਦੇ ਬਾਰੇ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਡਿਸਕ੍ਰਿਪਸ਼ਨ ਸੈਕਸ਼ਨ ਦੇ ਵਿੱਚੋਂ ਜਨਮ ਮਰਨ ਦੇ ਗੇੜ ਵਾਲੀ ਕੋਈ ਵੀਡੀਓ ਵੇਖ ਸਕਦੇ ਹੋ। ਅੱਗੇ ਗੁਰੂ ਜੀ ਕਹਿੰਦੇ ਕਿ ਆਪ ਭੁੱਲਾ ਕਿ ਪ੍ਰਭ ਆਪ ਭੁਲਾਇਆ। ਇਹ ਇੱਕ ਸਵਾਲ ਹੈ। ਜਿਸ ਤਰ੍ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੜ੍ਹਦੇ ਹਾਂ, ਬਹੁਤ ਹੀ ਵਾਰ ਇਸ ਗੱਲ ਦਾ ਜ਼ਿਕਰ ਹੁੰਦਾ ਹੈ ਜਦੋਂ ਗੁਰੂ ਜੀ ਕਹਿ ਰਹੇ ਹੁੰਦੇ ਨੇ ਕਿ ਜੋ ਮਨਮੁਖ ਹੈ ਉਹ ਇਸ ਪਾਸੇ ਲੱਗਿਆ ਹੈ, ਮਾਇਆ ਦੀ ਭਟਕਣਾ ਦੇ ਵਿੱਚ ਪਿਆ ਹੈ, ਪਰਮਾਤਮਾ ਨੂੰ ਚੇਤੇ ਨਹੀਂ ਕਰਦਾ, ਭਰਮਾਂ ਦੇ ਵਿੱਚ ਪਿਆ ਹੈ, ਭੁੱਲਿਆ ਹੋਇਆ ਹੈ, ਭਟਕਿਆ ਹੋਇਆ ਹੈ। ਇਹ ਸਭ ਕੁਝ ਕਹਿਣ ਤੋਂ ਬਾਅਦ ਅੰਤ ਦੇ ਵਿੱਚ ਗੁਰੂ ਜੀ ਹਮੇਸ਼ਾ ਇੱਕ ਪੰਕਤੀ ਕਹਿੰਦੇ ਹਨ ਕਿ ਮਨੁੱਖ ਦੇ ਵੱਸ ਦੀ ਗੱਲ ਨਹੀਂ। ਉਹਨੂੰ ਭਰਮਾਂ ਦੇ ਵਿੱਚ ਪਾਉਣ ਵਾਲਾ ਵੀ ਉਹ ਪਰਮਾਤਮਾ ਆਪ ਹੀ ਹੈ ਤੇ ਉਹਨੂੰ ਆਪਣੇ ਆਪ ਦੇ ਨਾਲ ਜੋੜਨ ਵਾਲਾ ਵੀ ਉਹ ਪਰਮਾਤਮਾ ਆਪ ਹੀ ਹੈ। ਪਰ ਇੱਥੇ ਗੁਰੂ ਜੀ ਨੇ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸਵਾਲ ਪੁੱਛਿਆ ਹੈ। ਕਹਿੰਦੇ ਆਪ ਭੁੱਲਾ ਕਿ ਪ੍ਰਭ ਆਪ ਭੁਲਾਇਆ। ਕਿ ਇਹ ਜੋ ਮਨੁੱਖ ਹੈ ਆਪ ਜਾਣ ਬੁੱਝ ਕੇ ਭਟਕਿਆ ਹੋਇਆ ਹੈ ਜਾਂ ਪਰਮਾਤਮਾ ਨੇ ਹੀ ਇਹਨੂੰ ਭਟਕਣਾ ਦੇ ਵਿੱਚ ਪਾਇਆ ਹੋਇਆ ਹੈ। ਇਹ ਜੀਓ ਵਿਡਾਣੀ ਚਾਕਰੀ ਲਾਇਆ। ਭਟਕਣਾ ਦੇ ਵਿੱਚ ਪਿਆ ਹੋਣ ਕਰਕੇ
ਇਹ ਜੋ ਜੀਓ ਹੈ, ਇਹ ਜੋ ਮਨ ਹੈ, ਉਹਨੂੰ ਅਸੀਂ ਵਿਗਾਨੀ ਨੌਕਰੀ ਦੇ ਉੱਤੇ ਲਾਇਆ ਹੋਇਆ ਹੈ। ਸਾਡਾ ਆਪਣਾ ਕੌਣ ਹੈ? ਪਰਮਾਤਮਾ। ਤੇ ਵਿਗਾਨਾ ਕੌਣ ਹੈ? ਮਾਇਆ। ਅਸੀਂ ਪਰਮਾਤਮਾ ਨੂੰ ਭੁੱਲੇ ਬੈਠੇ ਹਾਂ ਤੇ ਮਾਇਆ ਵਾਲੇ ਪਾਸੇ ਆਪਣਾ ਮਨ ਜੋ ਹੈ ਜੋੜਿਆ ਹੋਇਆ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਅਸੀਂ ਵਿਡਾਣੀ ਚਾਕਰੀ ਤੇ ਆਪਣੇ ਮਨ ਨੂੰ ਲਾਇਆ ਹੋਇਆ ਹੈ। ਇਸ ਤਰ੍ਹਾਂ ਕਰਕੇ ਅਸੀਂ ਮਹਾਂ ਦੁੱਖ ਖੱਟੇ, ਬਿਰਥਾ ਜਨਮ ਗਵਾਇਆ। ਬਹੁਤ ਹੀ ਜ਼ਿਆਦਾ ਅਸੀਂ ਦੁੱਖ ਵੀ ਖੱਟਦੇ ਹਾਂ ਮਾਇਆ ਦੇ ਪਾਸੇ ਮਨ ਨੂੰ ਜੋੜ ਕੇ, ਤੇ ਆਪਣਾ ਇਹ ਜੋ ਮਨੁੱਖਾ ਜਨਮ ਹੈ ਇਹ ਵੀ ਬਿਰਥਾ ਗਵਾ ਲੈਂਦੇ ਹਾਂ। ਵਿਰਥਾ ਗਵਾ ਲੈਣ ਤੋਂ ਭਾਵ ਕਿ ਉਸ ਪਰਮਾਤਮਾ ਬਾਰੇ ਸੋਚਦੇ ਹੀ ਨਹੀਂ, ਉਹਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਉਹਨੂੰ ਮਹਿਸੂਸ ਹੀ ਨਹੀਂ ਕਰ ਪਾਉਂਦੇ ਸਾਰੀ ਜ਼ਿੰਦਗੀ। ਕਿਰਪਾ ਕਰ ਸਤਿਗੁਰੂ ਮਿਲਾਏ, ਇੱਕੋ ਨਾਮ ਚੇਤੇ, ਵਿੱਚੋਂ ਭਰਮ ਚੁਕਾਏ, ਨਾਨਕ ਨਾਮ ਜਪੇ, ਨਾਉ ਨੌ ਨਿਧ ਪਾਏ। ਕਹਿੰਦੇ ਜਿਨ੍ਹਾਂ ਮਨੁੱਖਾਂ ਦੇ ਉੱਪਰ ਉਸ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਉਹਨਾਂ ਨੂੰ ਸੱਚਾ ਗੁਰੂ ਮਿਲ ਜਾਂਦਾ ਹੈ। ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਰਹਿ ਕੇ ਉਹਨਾਂ ਮਨੁੱਖਾਂ ਦੇ ਮਨਾਂ ਦੇ ਵਿੱਚ ਸਿਰਫ ਇੱਕ ਉਸ ਪਰਮਾਤਮਾ ਦਾ ਨਾਮ ਚੇਤੇ ਰਹਿੰਦਾ ਹੈ। ਬਾਕੀ ਦੇ ਸਾਰੇ ਜੋ ਭਰਮ ਨੇ ਉਹ ਚੁੱਕੇ ਜਾਂਦੇ ਨੇ, ਭਰਮ ਜੋ ਨੇ ਦੂਰ ਹੋ ਜਾਂਦੇ ਨੇ, ਮਾਇਆ ਦੀ ਭਟਕਣਾ ਦੂਰ ਹੋ ਜਾਂਦੀ ਹੈ। ਹੇ ਨਾਨਕ, ਪਰਮਾਤਮਾ ਦਾ ਨਾਮ ਜਪਿਆ ਕਰ, ਕਿਉਂਕਿ ਨਾਮ ਜਪਿਆਂ 9 ਖਜ਼ਾਨਿਆਂ ਦੇ ਬਰਾਬਰ ਅਨਮੋਲ ਰਤਨ ਸਾਨੂੰ ਪ੍ਰਾਪਤ ਹੋ ਜਾਂਦੇ ਨੇ। ਨਾਨਕ ਨਾਮ ਜਪੇ, ਨਾਉ ਤੋਂ ਭਾਵ ਕਿ ਨਾਮ ਦੇ ਵਿੱਚੋਂ, ਕਿ ਨਾਮ ਜਪੋ ਤੇ ਨਾਮ ਦੇ ਵਿੱਚੋਂ 9 ਨਿਧ ਪਾਏ, 9 ਖਜ਼ਾਨੇ ਪ੍ਰਾਪਤ ਕਰੋ। ਗੌੜੀ ਗੁਆਰਰੀ ਮਹਿਲਾ ਤੀਜਾ। ਜਿਨ੍ਹਾਂ ਗੁਰਮੁਖ ਧਿਆਇਆ ਤਨ ਪੁੱਛੋ ਜਾਏ, ਗੁਰ ਸੇਵਾ ਤੇ ਮਨ ਪਤਿਆਏ। ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਉਸ ਪਰਮਾਤਮਾ ਨੂੰ ਧਿਆਇਆ ਹੈ, ਮੈਂ ਉਹਨਾਂ ਤੋਂ ਪੁੱਛਦਾ ਹਾਂ ਕਿ ਉਸ ਪਰਮਾਤਮਾ ਦੇ ਨਾਲ ਸਾਂਝ ਕਿਵੇਂ ਕਾਇਮ ਕੀਤੀ ਜਾਵੇ, ਉਹਨੂੰ ਕਿਵੇਂ ਸਿਮਰਿਆ ਜਾਏ। ਤੇ ਉਹ ਮੈਨੂੰ ਇਹ ਦੱਸਦੇ ਨੇ ਕਿ ਗੁਰ ਸੇਵਾ ਤੇ ਮਨ ਪਤਿਆਏ, ਕਿ ਗੁਰੂ ਦੇ ਲੜ ਲੱਗੋ, ਗੁਰੂ ਦੀ ਦੱਸੀ ਹੋਈ ਸੇਵਾ ਦੇ ਉੱਤੇ ਅਮਲ ਕਰੋ, ਗੁਰੂ ਦੀਆਂ ਦੱਸੀਆਂ ਹੋਈਆਂ ਸਿੱਖਿਆਵਾਂ ਤੇ ਅਮਲ ਕਰੋ। ਤੇ ਇਸ ਤਰ੍ਹਾਂ ਕਰਕੇ ਸਾਡਾ ਜੋ ਮਨ ਹੈ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਪਤੀਜ ਜਾਂਦਾ ਹੈ, ਉਸ ਪਰਮਾਤਮਾ ਦੇ ਨਾਲ ਸਾਂਝ ਕਾਇਮ ਕਰਨੀ ਸ਼ੁਰੂ ਕਰ ਦਿੰਦਾ ਹੈ। ਸੇ ਧਨਵੰਤ ਹਰ ਨਾਮ ਕਮਾਏ, ਪੂਰੇ ਗੁਰ ਤੇ ਸੋਝੀ ਪਾਏ। ਕਹਿੰਦੇ ਧਨਾੜ ਉਹ ਨਹੀਂ ਜਿਹੜਾ ਮਾਇਆ ਇਕੱਠੀ ਕਰੀ ਬੈਠਾ ਹੈ, ਜਿਹਨੇ ਕਰੋੜਾਂ ਅਰਬਾਂ ਰੁਪਈਆਂ ਦੀ ਜਾਇਦਾਦ ਇਕੱਠੀ ਕਰ ਲਈ ਹੈ। ਧਨਾੜ ਉਹ ਹੈ ਜੋ ਹਰ ਨਾਮ ਦੀ ਕਮਾਈ ਕਰਦਾ ਹੈ, ਜਿਹਦੇ ਕੋਲ ਪਰਮਾਤਮਾ ਦਾ ਨਾਮ ਹੈ। ਪਰ ਕਹਿੰਦੇ ਇਸ ਗੱਲ ਦੀ ਜੋ ਸੋਝੀ ਹੈ ਇਹ ਪੂਰੇ ਗੁਰੂ ਤੋਂ ਹੀ ਹਾਸਲ ਹੁੰਦੀ ਹੈ। ਆਮ ਜ਼ਿੰਦਗੀ ਦੇ ਵਿੱਚ ਚੱਲਦਿਆਂ ਫਿਰਦਿਆਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਪਾਉਂਦੀ, ਤੇ ਇਸੇ ਕਰਕੇ ਹੀ ਅਸੀਂ ਮਾਇਆ ਦੇ ਮੋਹ ਦੇ ਵਿੱਚ ਹੀ ਪਏ ਰਹਿੰਦੇ ਹਾਂ। ਜਦੋਂ ਗੁਰੂ ਦੇ ਲੜ ਲੱਗਦੇ ਹਾਂ ਤਾਂ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਅਸਲੀ ਕਮਾਈ ਪਰਮਾਤਮਾ ਦਾ ਨਾਮ ਹੀ ਹੈ, ਜਿਹੜਾ ਸਾਨੂੰ ਸਾਡੇ ਮਨ ਦੀ ਸ਼ਾਂਤੀ ਪ੍ਰਦਾਨ ਕਰਦਾ ਹੈ। ਜੋ ਦੁਨਿਆਵੀ ਮਾਇਆ ਅਸੀਂ ਇਕੱਠੀ ਕਰਦੇ ਫਿਰਦੇ ਹਾਂ, ਉਹ ਸਾਨੂੰ ਮਨ ਦੀ ਸ਼ਾਂਤੀ ਪ੍ਰਦਾਨ ਨਹੀਂ ਕਰ ਪਾਉਂਦੀ, ਬਲਕਿ ਇਸ ਤੋਂ ਉਲਟ ਸਾਨੂੰ ਉਹ ਅਸ਼ਾਂਤੀ ਪ੍ਰਦਾਨ ਕਰਦੀ ਹੈ। ਉਹ ਕਿਵੇਂ? ਕਿ ਜਿੰਨੀ ਅਸੀਂ ਮਾਇਆ ਵੱਧ ਇਕੱਠੀ ਕਰਦੇ ਹਾਂ, ਇੱਕ ਤੇ ਓਨਾ ਹੀ ਉਹਦਾ ਲਾਲਚ ਵੱਧਦਾ ਜਾਂਦਾ ਹੈ, ਤੇ ਦੂਜਾ ਇੱਕ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਹੁਣ ਇਹ ਚੋਰੀ ਨਾ ਹੋ ਜਾਵੇ। ਜਾਂ ਫਿਰ ਜਦੋਂ ਅਸੀਂ ਜ਼ਿਆਦਾ ਪੈਸਾ ਕਮਾਉਣ ਲੱਗ ਜਾਂਦੇ ਹਾਂ, ਅਸੀਂ ਆਪਣੇ ਜੀਵਨ ਸ਼ੈਲੀ ਦੇ ਵਿੱਚ ਕਈ ਸਾਰੇ ਬਦਲਾਵ ਲੈ ਕੇ ਆਉਂਦੇ ਹਾਂ। ਕੁਝ ਐਸੀਆਂ ਚੀਜ਼ਾਂ ਦੇ ਉੱਤੇ ਪੈਸੇ ਖਰਚਣ ਲੱਗ ਜਾਂਦੇ ਹਾਂ, ਜਾਂ ਕੁਝ ਐਸੇ ਸੁਭਾਅ ਪਾਲ ਲੈਂਦੇ ਹਾਂ ਜਿਹੜੇ ਕਿ ਘੱਟ ਕਮਾਈ ਦੇ ਵਿੱਚ ਪੂਰੇ ਨਹੀਂ ਹੋ ਸਕਣਗੇ। ਤਾਂ ਫਿਰ ਮਨ ਦੇ ਵਿੱਚ ਇਹ ਵੀ ਇੱਕ ਡਰ ਬਣਿਆ ਰਹਿੰਦਾ ਹੈ, ਇਹ ਵੀ ਇੱਕ ਅਸ਼ਾਂਤੀ ਬਣੀ ਰਹਿੰਦੀ ਹੈ ਕਿ ਜੋ ਕਮਾਈ ਮੇਰੀ ਅੱਜ ਹੋ ਰਹੀ ਹੈ ਇਹ ਹੁੰਦੀ ਰਵੇ, ਕਿ ਜੇ ਕਿਤੇ ਇਹਦੇ ਵਿੱਚ ਕਮੀ ਆ ਗਈ ਤਾਂ ਮੈਂ ਜੋ ਇਹ ਸ਼ੌਂਕ ਜਾਂ ਜੋ ਵੀ ਮੈਂ ਆਪਦੀ ਜੀਵਨ ਸ਼ੈਲੀ ਬਣਾ ਲਈ ਹੈ, ਇਹਨੂੰ ਮੈਂ ਜਾਰੀ ਕਿਵੇਂ ਰੱਖਾਂਗਾ। ਤਾਂ ਇਸ ਪ੍ਰਕਾਰ ਇਹ ਜੋ ਮਾਇਆ ਹੈ ਸਾਨੂੰ ਫੀਲ ਤਾਂ ਜ਼ਰੂਰ ਦਿੰਦੀ ਹੈ ਕਿ ਸਾਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ, ਪਰ ਅਸਲ ਦੇ ਵਿੱਚ ਇਹ ਮਾਇਆ ਸਾਨੂੰ ਅਸ਼ਾਂਤੀ ਪ੍ਰਦਾਨ ਕਰਦੀ ਹੈ। ਤੇ ਗੁਰੂ ਦਾ ਨਾਮ, ਪਰਮਾਤਮਾ ਦਾ ਨਾਮ ਹੀ ਐਸੀ ਇੱਕ ਕਮਾਈ ਹੈ ਜਿਹੜੇ ਸਾਡੇ ਮਨ ਨੂੰ ਸਹਿਜਤਾ ਬਖਸ਼ਦੀ ਹੈ। ਹਰ ਹਰ ਨਾਮ ਜਪੋ ਮੇਰੇ ਭਾਈ, ਗੁਰਮੁਖ ਸੇਵਾ ਹਰ ਘਾਲ ਥਾਏ ਪਾਈ ਰਹਾਓ। ਕਹਿੰਦੇ ਹੇ ਮੇਰੇ ਭਾਈ, ਗੁਰੂ ਦੀ ਸ਼ਰਨ ਪੈ ਕੇ
ਸਦਾ ਉਸ ਪਰਮਾਤਮਾ ਦਾ ਨਾਮ ਸਿਮਰਦੇ ਰਹੋ। ਗੁਰੂ ਦੇ ਰਾਹੀਂ ਕੀਤੀ ਹੋਈ ਸੇਵਾ ਭਗਤੀ ਦੀ ਮਿਹਨਤ ਪਰਮਾਤਮਾ ਜ਼ਰੂਰ ਕਬੂਲ ਕਰਦਾ ਹੈ। ਆਪ ਪਛਾਣੈ ਮਨ ਨਿਰਮਲ ਹੋਏ, ਜੀਵਨ ਮੁਕਤੀ ਹਰ ਪਾਵੈ ਸੋਏ। ਹਰ ਗੁਣ ਗਾਵੈ ਮਤ ਉੱਤਮ ਹੋਏ, ਸਹਿਜੇ ਸਹਿਜ ਸਮਾਵੈ ਸੋਏ। ਦੂਜੀ ਵੱਡੀ ਗੱਲ, ਅਸੀਂ ਜ਼ਿਆਦਾਤਰ ਦੂਜਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ, ਕਿਸੇ ਨਾਲ ਵੀ ਗੱਲਬਾਤ ਕਰਦੇ ਹਾਂ, ਤਾਂ ਸਾਡੀ ਕੋਸ਼ਿਸ਼ ਇਹ ਬਣੀ ਰਹਿੰਦੀ ਹੈ ਕਿ ਇਸ ਮਨੁੱਖ ਨੂੰ ਸਮਝਿਆ ਜਾਏ ਕਿ ਇਹ ਜੋ ਗੱਲਾਂ ਕਰ ਰਿਹਾ ਹੈ, ਇਹਦੀਆਂ ਗੱਲਾਂ ਦੇ ਪਿੱਛੇ ਦੇ ਭਾਵ ਨੂੰ ਸਮਝਿਆ ਜਾਏ ਕਿ ਜੋ ਇਹ ਕਹਿ ਰਿਹਾ ਹੈ ਅਸਲ ਦੇ ਵਿੱਚ ਇਹਦਾ ਅਰਥ ਉਹੀ ਹੈ, ਜਾਂ ਕਿਸੇ ਤਰ੍ਹਾਂ ਨਾਲ ਇਹ ਸਾਨੂੰ ਲਾ ਕੇ ਕੋਈ ਗੱਲ ਕਹਿ ਰਿਹਾ ਹੈ, ਜਾਂ ਕਿ ਕੋਈ ਦੋਗਲੀ ਗੱਲ ਕਰ ਰਿਹਾ ਹੈ ਕਿ ਕਹਿ ਕੁਝ ਹੋਰ ਰਿਹਾ ਹੈ ਪਰ ਪਿੱਛੇ ਦਾ ਮਤਲਬ ਕੋਈ ਹੋਰ ਹੈ। ਕੁੱਲ ਮਿਲਾ ਕੇ ਕਿ ਅਸੀਂ ਦੂਜੇ ਮਨੁੱਖ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਜੋ ਕਿ ਇੱਕ ਨਾਮੁਮਕਿਨ ਕਾਰਜ ਹੈ। ਦੂਜੇ ਮਨੁੱਖ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਅਸੀਂ ਕਦੇ ਵੀ ਬੁੱਝ ਨਹੀਂ ਪਾਉਂਦੇ। ਸਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਇਹ ਅਸੀਂ ਜ਼ਰੂਰ ਬੁੱਝ ਸਕਦੇ ਹਾਂ। ਤੇ ਇਸੇ ਲਈ ਗੁਰੂ ਜੀ ਕਹਿੰਦੇ ਨੇ ਕਿ ਆਪ ਪਛਾਣੈ ਮਨ ਨਿਰਮਲ ਹੋਏ, ਕਿ ਆਪਣੇ ਆਪ ਨੂੰ ਪਛਾਣੋ, ਆਪਣੇ ਅੰਦਰ ਝਾਕੋ, ਆਪਣੇ ਆਪ ਨੂੰ ਜਾਣੋ, ਉਹਦੇ ਨਾਲ ਸਾਂਝ ਕਾਇਮ ਕਰੋ ਆਪਣੇ ਆਪ ਦੇ ਨਾਲ, ਤਾਂ ਤੁਹਾਡਾ ਜੋ ਮਨ ਹੈ ਉਹ ਪਵਿੱਤਰ ਹੋ ਜਾਂਦਾ ਹੈ। ਫਿਰ ਤੁਸੀਂ ਇਹ ਜਾਣ ਸਕਣ ਦੇ ਯੋਗ ਹੋ ਜਾਂਦੇ ਹੋ ਕਿ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਅਸ਼ਾਂਤ ਕਰਦੀਆਂ ਨੇ, ਕਿਹੜੀਆਂ ਉਹ ਅਲਾਮਤਾਂ ਨੇ ਜਿਨ੍ਹਾਂ ਨੇ ਤੁਹਾਨੂੰ ਬੰਨ੍ਹਿਆ ਹੋਇਆ ਹੈ। ਤੇ ਜਦੋਂ ਤੁਹਾਨੂੰ ਇਹ ਪਤਾ ਲੱਗ ਗਿਆ ਤੇ ਫਿਰ ਉਹਨਾਂ ਤੋਂ ਮੁਕਤੀ ਵੀ ਤੁਸੀਂ ਹਾਸਲ ਕਰ ਲੈਂਦੇ ਹੋ। ਜੀਵਨ ਮੁਕਤੀ ਹਰ ਪਾਵੈ ਸੋਏ। ਮਾਇਆ ਆਦਿਕ ਦੇ ਬੰਧਨ ਜਿਹੜੇ ਤੁਹਾਨੂੰ ਅਸ਼ਾਂਤੀ ਪ੍ਰਦਾਨ ਕਰਦੇ ਨੇ, ਉਹਨਾਂ ਤੋਂ ਮੁਕਤੀ ਵੀ ਹਾਸਲ ਕਰ ਲੈਂਦੇ ਹੋ ਜਦੋਂ ਤੁਸੀਂ ਆਪਣੇ ਆਪ ਦੇ ਨਾਲ ਵਾਰਤਾਲਾਪ ਕਰਦੇ ਹੋ, ਤੇ ਉਹ ਪਰਮਾਤਮਾ ਨੂੰ ਵੀ ਤੁਸੀਂ ਪਾ ਲੈਂਦੇ ਹੋ। ਹਰ ਗੁਣ ਗਾਵੈ ਮਤ ਉੱਤਮ ਹੋਏ। ਜਦੋਂ ਅਸੀਂ ਉਸ ਪਰਮਾਤਮਾ ਦੇ ਗੁਣ ਗਾਉਂਦੇ ਹਾਂ ਤਾਂ ਸਾਡੀ ਬੁੱਧੀ ਸ੍ਰੇਸ਼ਟ ਹੋ ਜਾਂਦੀ ਹੈ, ਉੱਤਮ ਹੋ ਜਾਂਦੀ ਹੈ। ਸਹਿਜੇ ਸਹਿਜ ਸਮਾਵੈ ਸੋਏ। ਤੇ ਸਹਿਜੇ ਸਹਿਜੇ ਹੌਲੀ ਹੌਲੀ ਕਰਦੇ ਹੋਏ ਅਸੀਂ ਉਸ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦੇ ਹਾਂ। ਦੂਜੈ ਭਾਏ ਨਾ ਸੇਵਿਆ ਜਾਏ, ਹਉਮੈ ਮਾਇਆ ਮਹਾਂ ਬਿਖ ਖਾਏ। ਕਹਿੰਦੇ ਜਿੰਨਾ ਚਿਰ ਅਸੀਂ ਮਾਇਆ ਦੀ ਮੋਹ ਦੇ ਵਿੱਚ ਲੱਗੇ ਹੋਏ ਹਾਂ ਉਨਾ ਚਿਰ ਅਸੀਂ ਪਰਮਾਤਮਾ ਨੂੰ ਸਿਮਰ ਨਹੀਂ ਸਕਦੇ। ਦੂਜੇ ਭਾਏ ਨਾ ਸੇਵਿਆ ਜਾਏ, ਹਉਮੈ ਮਾਇਆ ਮਹਾਂ ਬਿਖ ਖਾਏ। ਜਿਹੜਾ ਮਨੁੱਖ ਹਉਮੈ ਦੇ ਵਿੱਚ ਗਲਤਾਨ ਹੈ, ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੈ, ਉਹ ਇੱਕ ਬਹੁਤ ਵੱਡਾ ਜ਼ਹਿਰ ਖਾ ਰਿਹਾ ਹੈ। ਪੁੱਤ ਕੁਟੁੰਬ ਗ੍ਰਹਿ ਮੋਹਿਆ ਮਾਏ, ਮਨਮੁਖ ਅੰਧਾ ਆਵੈ ਜਾਏ। ਕਹਿੰਦੇ ਇਹ ਜੋ ਮਾਇਆ ਹੈ ਇਹ ਸਾਨੂੰ ਪੁੱਤਰ ਦੇ ਰਾਹੀਂ, ਪਰਿਵਾਰ ਦੇ ਰਾਹੀਂ, ਘਰ ਦੇ ਰਾਹੀਂ ਸਾਨੂੰ ਠੱਗਦੀ ਰਹਿੰਦੀ ਹੈ। ਉਹ ਕਿਵੇਂ ਕਿ ਜਦੋਂ ਅਸੀਂ ਮਾਇਆ ਇਕੱਠੀ ਕਰਦੇ ਹਾਂ, ਜਦੋਂ ਅਸੀਂ ਕਮਾਈ ਕਰਦੇ ਹਾਂ, ਉਹਨੂੰ ਸਾਂਭ ਕੇ ਰੱਖੀ ਰੱਖਦੇ ਹਾਂ, ਤਾਂ ਸਾਡੇ ਮਨ ਦੇ ਵਿੱਚ ਇਹੀ ਤਿੰਨ ਚੀਜ਼ਾਂ ਹੁੰਦੀਆਂ ਨੇ ਕਿ ਮੈਂ ਆਪਣੇ ਪੁੱਤਰ ਲਈ ਜਾਂ ਆਪਣੇ ਬੱਚਿਆਂ ਦੇ ਲਈ ਇਕੱਠੇ ਕਰ ਰਿਹਾ ਹਾਂ, ਮੈਂ ਆਪਣੇ ਪਰਿਵਾਰ ਦੇ ਲਈ ਇਕੱਠੇ ਕਰ ਰਿਹਾ ਹਾਂ, ਮੈਂ ਆਪਣੇ ਘਰ ਦੇ ਲਈ ਇਕੱਠੇ ਕਰ ਰਿਹਾ ਹਾਂ। ਤਾਂ ਇਹਨਾਂ ਚੀਜ਼ਾਂ ਦੇ ਰਾਹੀਂ ਮਾਇਆ ਸਾਨੂੰ ਠੱਗਦੀ ਰਹਿੰਦੀ ਹੈ। ਜੋ ਮਨਮੁਖ ਹੈ ਉਹ ਮਾਇਆ ਦੇ ਵਿੱਚ ਅੰਨਾ ਹੋਇਆ ਆਉਂਦਾ ਜਾਂਦਾ ਰਹਿੰਦਾ ਹੈ, ਜਨਮਦਾ ਮਰਦਾ ਰਹਿੰਦਾ ਹੈ। ਹਰ ਹਰ ਨਾਮ ਦੇਵੈ ਜਨ ਸੋਏ, ਅਨ ਦਿਨ ਭਗਤੀ ਗੁਰ ਸ਼ਬਦੀ ਹੋਏ। ਜਿਸ ਮਨੁੱਖ ਨੂੰ ਉਹ ਪਰਮਾਤਮਾ ਆਪਣਾ ਨਾਮ ਬਖਸ਼ਦਾ ਹੈ ਉਹਨੂੰ ਉਹ ਪਹਿਲਾਂ ਗੁਰੂ ਦੇ ਨਾਲ ਮਿਲਾਉਂਦਾ ਹੈ, ਤੇ ਗੁਰੂ ਦੇ ਸ਼ਬਦਾਂ ਦੇ ਰਾਹੀਂ ਹੀ ਹਰ ਰੋਜ਼ ਉਸ ਪਰਮਾਤਮਾ ਦੀ ਭਗਤੀ ਹੋ ਸਕਦੀ ਹੈ। ਗੁਰਮਤਿ ਵਿਰਲਾ ਬੁੱਝੈ ਕੋਏ, ਨਾਨਕ ਨਾਮ ਸਮਾਵੈ ਸੋਏ। ਪਰ ਕਹਿੰਦੇ ਇਹ ਜੋ ਗੁਰਮਤ ਹੈ ਇਹਨੂੰ ਕੋਈ ਵਿਰਲਾ ਹੀ ਬੁੱਝਦਾ ਹੈ, ਤੇ ਜਿਹਨੇ ਬੁੱਝ ਲਈ ਹੇ ਨਾਨਕ ਉਹ ਮਨੁੱਖ ਫਿਰ ਪਰਮਾਤਮਾ ਦੇ ਨਾਮ ਦੇ ਵਿੱਚ ਸਮਾਇਆ ਰਹਿੰਦਾ ਹੈ। ਗੌੜੀ ਗੁਆਰਰੀ ਮਹਿਲਾ ਤੀਜਾ। ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਨਕਾਰ ਕਮਾਵੈ ਕੋਈ। ਅਖੱਟ ਨਾਮ ਧਨ ਹਰ ਤੋਟ ਨਾ ਹੋਈ, ਇੱਥੇ ਸਦਾ ਸੁਖ ਦਰ ਸੋਭਾ ਹੋਈ। ਕਹਿੰਦੇ ਜੋ ਗੁਰੂ ਦੀ ਦੱਸੀ ਹੋਈ ਸੇਵਾ ਕਰਨ ਦਾ ਨਿਯਮ ਹੈ ਇਹ ਤੇ ਮੁੱਢ ਤੋਂ ਹੀ ਚੱਲਿਆ ਆ ਰਿਹਾ ਹੈ, ਚਾਰੇ ਯੁਗਾਂ ਦੇ ਵਿੱਚ ਪ੍ਰਵਾਨ ਰਿਹਾ ਹੈ। ਪਰ ਕੋਈ ਹੀ ਪੂਰਨ ਮਨੁੱਖ ਹੁੰਦਾ ਹੈ ਜਿਹੜਾ ਕਿ ਗੁਰੂ ਦੀ ਦੱਸੀ ਹੋਈ ਸੇਵਾ
ਕਰਦਾ ਹੈ, ਗੁਰੂ ਦੀ ਦੱਸੀ ਹੋਈ ਕਾਰ ਕਮਾਉਂਦਾ ਹੈ। ਤੇ ਜਿਹੜਾ ਕਮਾਉਂਦਾ ਹੈ, ਅਖੱਟ ਨਾਮ ਧਨ ਹਰ ਤੋਟ ਨਾ ਹੋਈ, ਉਹ ਉਸ ਪਰਮਾਤਮਾ ਦਾ ਨਾਮ ਧਨ ਇਕੱਠਾ ਕਰ ਲੈਂਦਾ ਹੈ। ਉਹ ਨਾਮ ਧਨ ਜਿਹੜਾ ਕਦੇ ਮੁੱਕਦਾ ਨਹੀਂ ਤੇ ਜਿਹਦੇ 'ਚ ਕਦੇ ਤੋਟ ਵੀ ਨਹੀਂ ਆਉਂਦੀ। ਤੇ ਫਿਰ ਅਜਿਹਾ ਮਨੁੱਖ ਇੱਥੇ ਸਦਾ ਸੁੱਖ ਦਰ ਸੋਭਾ ਹੋਈ, ਇਸ ਜਨਮ ਦੇ ਵਿੱਚ ਵੀ ਸਦਾ ਸੁੱਖ ਮਾਣਦਾ ਹੈ ਤੇ ਪ੍ਰਮਾਤਮਾ ਦੇ ਦਰ 'ਤੇ ਵੀ ਸ਼ੋਭਾ ਖੱਟ ਲੈਂਦਾ ਹੈ। ਇਹ ਮਨ ਮੇਰੇ ਭਰਮ ਨਾ ਕੀਜੈ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ। ਰਹਾਓ ਕਹਿੰਦੇ, ਹੇ ਮੇਰੇ ਮਨ, ਗੁਰੂ ਦੀ ਦੱਸੀ ਹੋਈ ਸੇਵਾ ਦੇ ਉੱਤੇ ਕੋਈ ਸ਼ੱਕ ਨਾ ਕਰ, ਕੋਈ ਭਰਮ ਨਾ ਕਰ, ਬਸ ਉਹ ਸੇਵਾ ਕਰ। ਗੁਰੂ ਦੀ ਦੱਸੀ ਹੋਈ ਸੇਵਾ ਕਰਕੇ ਅੰਮ੍ਰਿਤ ਰੂਪੀ ਪ੍ਰਮਾਤਮਾ ਦਾ ਜੋ ਨਾਮ ਰਸ ਹੈ ਉਹ ਪੀ ਸਕੀਦਾ ਹੈ। ਸਤਿਗੁਰ ਸੇਵੈ ਸੇ ਮਹਾਂਪੁਰਖ ਸੰਸਾਰੇ, ਆਪ ਉਦਰੇ ਕੁੱਲ ਸਗਲ ਨਿਸਤਾਰੇ। ਕਹਿੰਦੇ ਜਿਹੜੇ ਮਨੁੱਖ ਸੱਚੇ ਗੁਰੂ ਦੀ ਸੇਵਾ ਕਰਦੇ ਨੇ, ਉਹਦੀਆਂ ਦੱਸੀਆਂ ਹੋਈਆਂ ਸਿੱਖਿਆਵਾਂ ਦੇ ਉੱਤੇ ਅਮਲ ਕਰਦੇ ਨੇ, ਇਸ ਸੰਸਾਰ ਦੇ ਵਿੱਚ ਉਹਨਾਂ ਨੂੰ ਮਹਾਂਪੁਰਖ ਮੰਨਿਆ ਜਾਂਦਾ ਹੈ। ਉਹ ਮਨੁੱਖ ਆਪਣੇ ਆਪ ਦਾ ਵੀ ਉਧਾਰ ਕਰ ਲੈਂਦੇ ਨੇ, ਖੁਦ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦੇ ਨੇ ਤੇ ਆਪਣੇ ਨਾਲ ਨਾਲ ਆਪਣੀਆਂ ਕੁਲਾਂ ਨੂੰ ਵੀ ਪਾਰ ਲੰਘਾ ਲੈਂਦੇ ਨੇ। ਹਰ ਕਾ ਨਾਮ ਰੱਖੈ ਉਰ ਧਾਰੇ, ਨਾਮ ਰਤੇ ਭੌਜਲ ਉਤਰੈ ਪਾਰੇ। ਉਹ ਮਨੁੱਖ ਉਸ ਪ੍ਰਮਾਤਮਾ ਦੇ ਨਾਮ ਨੂੰ ਸਦਾ ਆਪਣੇ ਹਿਰਦੇ ਦੇ ਵਿੱਚ ਸਮਾਈ ਰੱਖਦੇ ਨੇ, ਆਸ-ਪਾਸ ਰੱਖਦੇ ਨੇ ਤੇ ਉਸ ਨਾਮ ਦੀ ਸਹਾਇਤਾ ਦੇ ਨਾਲ ਹੀ ਉਹ ਭਵਜਲ ਸਾਗਰ ਹੈ, ਜੋ ਸੰਸਾਰ ਸਮੁੰਦਰ ਹੈ, ਜੋ ਉਹਨੂੰ ਪਾਰ ਕਰ ਜਾਂਦੇ ਨੇ। ਸਤਿਗੁਰ ਸੇਵੈ ਸਦਾ ਮਨ ਦਾਸਾ, ਹਉਮੈ ਮਾਰ ਕਮਲ ਪ੍ਰਗਾਸਾ। ਜਿਹੜੇ ਮਨੁੱਖ ਸਤਿਗੁਰੂ ਦੀ ਦੱਸੀ ਹੋਈ, ਸੱਚੇ ਗੁਰੂ ਦੀ ਦੱਸੀ ਹੋਈ ਸੇਵਾ ਕਰਦੇ ਨੇ, ਉਹ ਆਪਣੇ ਮਨਾਂ ਦੇ ਵਿੱਚ ਸਭਨਾਂ ਦੇ ਦਾਸ ਬਣੇ ਰਹਿੰਦੇ ਨੇ। ਭਾਵ ਕਿ ਆਪਣੇ ਮਨ ਨੂੰ ਇੰਨਾ ਨੀਵਾਂ ਕਰ ਲੈਂਦੇ ਨੇ। ਹੁਣ ਮਨ ਨੀਵਾਂ ਕਰਨ ਤੋਂ ਭਾਵ ਆਪਣੀ ਸੋਚ ਨੂੰ ਨੀਵੀਂ ਕਰ ਲੈਣਾ ਨਹੀਂ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਕਿ ਮਨ ਨੀਵਾਂ ਮਤ ਉੱਚੀ। ਸੋਚ ਆਪਣੀ ਉੱਚੀ ਰੱਖਣੀ ਹੈ ਪਰ ਮਨ ਨੀਵਾਂ ਰੱਖਣਾ ਹੈ। ਹਉਮੈ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦੇਣਾ। ਸਤਿਗੁਰ ਸੇਵਾ ਸਦਾ ਮਨ ਦਾਸਾ। ਤੇ ਉਹ ਮਨੁੱਖ ਜਿਹੜੇ ਸੱਚੇ ਗੁਰੂ ਦੀ ਸੇਵਾ ਕਰਦੇ ਨੇ, ਉਹ ਆਪਣੇ ਮਨਾਂ ਦੇ ਵਿੱਚ ਸਭਨਾਂ ਦੇ ਦਾਸ ਬਣੇ ਰਹਿੰਦੇ ਨੇ ਤੇ ਇਸ ਪ੍ਰਕਾਰ ਉਹ ਹਉਮੈ ਮਾਰ ਕਮਲ ਪ੍ਰਗਾਸਾ। ਹੁਣ ਜਦੋਂ ਤੁਸੀਂ ਆਪਣੇ ਆਪ ਨੂੰ ਸਭਨਾਂ ਦਾ ਦਾਸ ਮੰਨ ਲਿਆ, ਭਾਵ ਹਉਮੈ ਤੇ ਤੁਸੀਂ ਆਪਣੇ ਅੰਦਰੋਂ ਆਟੋਮੈਟਿਕਲੀ ਹੀ ਖਤਮ ਕਰ ਲਈ ਤੇ ਤੁਹਾਡੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਰੂਪੀ ਕਮਲ ਫੁੱਲ ਜੋ ਹੈ ਉਹ ਖਿੜ ਜਾਂਦਾ ਹੈ। ਅਨਹਦ ਵਾਜੈ ਨਿਜ ਘਰ ਵਾਸਾ, ਨਾਮ ਰਤੇ ਘਰ ਮਾਹੇ ਉਦਾਸਾ। ਉਹਨਾਂ ਦੀ ਸੁਰਤ ਉਸ ਪਰਮਾਤਮਾ ਦੇ ਵਿੱਚ ਜੁੜੀ ਰਹਿੰਦੀ ਹੈ ਤੇ ਅਨਹਦ ਵਾਜੈ, ਇੱਕ ਅਨਹਦ ਨਾਦ, ਸਦਾ ਵੱਜਦੇ ਰਹਿਣ ਵਾਲਾ ਮਧੁਰ ਸਾਜ਼ ਉਹਨਾਂ ਦੇ ਹਿਰਦਿਆਂ ਦੇ ਵਿੱਚ ਵੱਜਦਾ ਰਹਿੰਦਾ ਹੈ। ਇੱਕ ਰਸ ਪਰਮਾਤਮਾ ਦੀ ਭਗਤੀ ਦਾ ਜੋ ਸਾਜ਼ ਹੈ ਉਹਨਾਂ ਦੇ ਮਨਾਂ ਦੇ ਅੰਦਰ ਵੱਜਦਾ ਰਹਿੰਦਾ ਹੈ। ਤੇ ਨਾਮ ਦੇ ਵਿੱਚ ਰੰਗੇ ਹੋਏ ਜੋ ਮਨੁੱਖ ਨੇ, ਉਹਨਾਂ ਦੇ ਲਈ ਘਰ ਮਾਹੇ ਉਦਾਸਾ। ਘਰ ਦੇ ਵਿੱਚ ਰਹਿੰਦੇ ਹੋਏ ਹੀ, ਪਰਿਵਾਰ ਦੇ ਵਿੱਚ ਵਿਚਰਦੇ ਹੋਏ ਹੀ ਉਹਨਾਂ ਦੇ ਲਈ ਉਦਾਸੀ ਹੋ ਜਾਂਦੀ ਹੈ। ਭਾਵ ਕਿ ਮਾਇਆ ਤੋਂ ਨਿਰਲੇਪਤਾ ਉਹ ਹਾਸਲ ਕਰ ਲੈਂਦੇ ਨੇ। ਉਹਦੇ ਲਈ ਉਹਨਾਂ ਨੂੰ ਜੰਗਲਾਂ ਦੇ ਵਿੱਚ ਜਾ ਕੇ ਸਮਾਧੀਆਂ ਲਾਉਣ ਦੀ ਲੋੜ ਨਹੀਂ ਪੈਂਦੀ। ਅੱਗੇ ਕਹਿੰਦੇ, ਸਤਿਗੁਰ ਸੇਵੈ ਤਿਨ ਕੀ ਸੱਚੀ ਬਾਣੀ, ਜੁਗ ਜੁਗ ਭਗਤੀ ਆਖ ਵਖਾਣੀ। ਜਿਹੜੇ ਮਨੁੱਖ ਸੱਚੇ ਗੁਰੂ ਦੀ ਸੇਵਾ ਕਰਦੇ ਨੇ, ਉਹਨਾਂ ਦੀ ਬਾਣੀ, ਉਹਨਾਂ ਦੇ ਉਚਾਰੇ ਹੋਏ ਸ਼ਬਦ ਸਦਾ ਦੇ ਲਈ ਅਟੱਲ ਹੋ ਜਾਂਦੇ ਨੇ ਤੇ ਉਹਨਾਂ ਦੀ ਉਹ ਬਾਣੀ ਪਰਮਾਤਮਾ ਦੀ ਭਗਤੀ ਦੇ ਰੂਪ ਦੇ ਵਿੱਚ ਜੁਗਾਂ ਜੁਗਾਂ ਤੱਕ ਸੁਣਾਈ ਜਾਂਦੀ ਹੈ। ਤੇ ਇਹ ਗੱਲ ਅਸੀਂ ਬਾਖੂਬੀ ਮਹਿਸੂਸ ਕਰ ਸਕਦੇ ਹਾਂ। ਸਾਡੇ ਗੁਰੂਆਂ ਨੇ ਜੋ ਬਾਣੀ ਉਚਾਰੀ ਹੈ, ਅਸੀਂ ਅੱਜ ਵੀ ਸੈਂਕੜੇ ਸਾਲਾਂ ਬਾਅਦ ਵੀ ਉਸ ਬਾਣੀ ਨੂੰ ਉਚਾਰ ਰਹੇ ਹਾਂ ਤੇ ਇਹ ਜੋ ਬਾਣੀ ਹੈ ਜੁਗੋ ਜੁਗ ਅਟੱਲ ਹੈ। ਆਉਣ ਵਾਲੇ ਸਮਿਆਂ ਦੇ ਵਿੱਚ ਵੀ ਗੁਰੂ ਦੀ ਬਾਣੀ ਇਸੇ ਤਰ੍ਹਾਂ ਹੀ ਬਰਕਰਾਰ ਰਹੇਗੀ, ਇਸੇ ਤਰ੍ਹਾਂ ਹੀ ਸੁਣਾਈ ਜਾਂਦੀ ਰਹੇਗੀ। ਤਾਂ ਇਹ ਜੋ ਪੰਕਤੀਆਂ ਹਨ ਕਿ ਸਤਿਗੁਰ ਸੇਵਾ ਤਿਨ ਕੀ ਸੱਚੀ ਬਾਣੀ, ਬਖੂਬੀ ਸੱਚ ਹੋਈਆਂ ਜਾਪਦੀਆਂ ਨੇ, ਸਾਨੂੰ ਮਹਿਸੂਸ ਕਰ ਸਕਦੇ ਹਾਂ ਅਸੀਂ। ਅਨ ਦਿਨ ਜਪੈ ਹਰ ਸਾਰੰਗ ਪਾਣੀ, ਨਾਨਕ ਨਾਮ ਰਤੇ ਨਹਿ ਕੇਵਲ ਨਿਰਬਾਣੀ। ਜੋ ਸੱਚੇ ਗੁਰੂ ਦੀ ਸੇਵਾ ਕਰਦੇ ਨੇ, ਉਹ ਹਰ ਰੋਜ਼ ਅਨ ਦਿਨ
ਉਸ ਸਾਰੰਗ ਪਾਣੀ ਪ੍ਰਮਾਤਮਾ ਦਾ ਨਾਮ ਜਪਦੇ ਰਹਿੰਦੇ ਨੇ। ਨਾਮ ਦੇ ਵਿੱਚ ਰੰਗੇ ਹੋਏ ਉਹ ਮਨੁੱਖ ਜੀਵਨ ਦੇ ਵਿੱਚ ਪਵਿੱਤਰਤਾ ਹਾਸਲ ਕਰ ਲੈਂਦੇ ਨੇ ਤੇ ਵਾਸਨਾਵਾਂ ਤੋਂ ਰਹਿਤ ਹੋ ਜਾਂਦੇ ਨੇ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 161ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਜੋ ਅਸੀਂ ਬਾਣੀ ਪੜ੍ਹੀ ਹੈ ਉਹਦੇ ਵਿੱਚੋਂ ਇੱਕ ਚੀਜ਼ ਜਾਂ ਇੱਕ ਸਵਾਲ ਕਹਿ ਲਈਏ ਕਿ ਥੋੜ੍ਹਾ ਕਲੀਅਰ ਹੁੰਦਾ ਹੈ, ਉਹ ਹੈ ਕਿ ਪਾਠ ਕਰਨ ਦੇ ਬਾਰੇ ਦੇ ਵਿੱਚ ਗੁਰੂ ਜੀ ਨੇ ਕਿਹਾ ਹੈ ਕਿ ਜੋ ਗੁਰੂ ਦੇ ਸ਼ਬਦ ਨੇ ਉਹ ਪਰਮਾਤਮਾ ਦੀ ਭਗਤੀ ਨੇ। ਗੁਰੂ ਦੇ ਸ਼ਬਦਾਂ ਰਾਹੀਂ ਅਸੀਂ ਪਰਮਾਤਮਾ ਦੀ ਭਗਤੀ ਕਰ ਸਕਦੇ ਹਾਂ। ਤਾਂ ਜਦੋਂ ਅਸੀਂ ਪਾਠ ਕਰਦੇ ਹਾਂ, ਅਸੀਂ ਗੁਰੂ ਦੇ ਸ਼ਬਦ ਪੜ੍ਹਦੇ ਹਾਂ ਤੇ ਗੁਰੂ ਦੇ ਸ਼ਬਦਾਂ ਰਾਹੀਂ ਅਸੀਂ ਪਰਮਾਤਮਾ ਦੀ ਭਗਤੀ ਕਰ ਰਹੇ ਹੁੰਦੇ ਹਾਂ। ਲੇਕਿਨ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੇ ਕਿ ਸਿਰਫ ਉਹਨਾਂ ਸ਼ਬਦਾਂ ਨੂੰ ਪੜ੍ਹ ਲੈਣਾ ਹੀ ਪਰਮਾਤਮਾ ਦੀ ਭਗਤੀ ਨਹੀਂ ਹੈ, ਜਦੋਂ ਤੱਕ ਕਿ ਤੁਸੀਂ ਉਹਨਾਂ ਦੇ ਅਸਲੀ ਅਰਥ ਨਹੀਂ ਸਮਝਦੇ। ਸੋ ਜਦੋਂ ਤੁਸੀਂ ਪਾਠ ਕਰਦੇ ਹੋ, ਉਹਨਾਂ ਦੇ ਅਰਥਾਂ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਪਾਠ ਕਰੋ ਤਾਂ ਉਹ ਅਸਲੀ ਭਗਤੀ ਹੋਏਗੀ। ਤੁਹਾਡੇ ਮਨ ਨੂੰ ਕੁਝ ਸਮਝ ਦੇ ਵਿੱਚ ਪਏਗੀ ਗੱਲ। ਜਿੰਨਾ ਚਿਰ ਅਸੀਂ ਇੱਕ ਰੂਟੀਨ ਬਣਾ ਕੇ, ਇੱਕ ਰਸਮ ਬਣਾ ਕੇ ਬਸ ਸਿਰਫ ਪਾਠ ਕਰਦੇ ਪਏ ਹਾਂ, ਉਹਨੂੰ ਸਮਝ ਨਹੀਂ ਰਹੇ, ਉਨਾ ਚਿਰ ਉਹ ਪਰਮਾਤਮਾ ਦੀ ਭਗਤੀ ਨਹੀਂ ਹੈ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਪੜ੍ਹ ਕੀ ਰਹੇ ਹਾਂ। ਤੇ ਦੂਜੀ ਗੱਲ ਜੋ ਆਖਰੀ ਦੀਆਂ ਪੰਕਤੀਆਂ ਦੇ ਵਿੱਚ ਗੁਰੂ ਜੀ ਨੇ ਕਹੀ ਹੈ ਕਿ ਜੋ ਗੁਰੂ ਦੀ ਬਾਣੀ ਹੈ ਉਹ ਸਦਾ ਸਦਾ ਦੇ ਲਈ ਅਟੱਲ ਹੋ ਜਾਂਦੀ ਹੈ ਤੇ ਉਹ ਅਸੀਂ ਬਾਖੂਬੀ ਮਹਿਸੂਸ ਕਰ ਪਾ ਰਹੇ ਹਾਂ। ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਵੀ ਤੁਹਾਨੂੰ ਬੜੀ ਵਧੀਆ ਲੱਗੀ ਹੋਏਗੀ, ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਏਗਾ। ਇਸੇ ਤਰ੍ਹਾਂ ਹੀ ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹੋ ਤੇ ਅੱਗੇ ਲੋਕਾਂ ਦੇ ਤੱਕ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।